शुरू होना टॉपिक बेटा। लास्ट ਆਪਾਂ टॉपिक ਇਹ ਕੀਤਾ ਸੀਗਾ ਪ੍ਰੈਸ਼ਰ ਐਗਜ਼ਰਟਡ ਬਾय ਐਨ ਆਈਡੀਅਲ ਗੈਸ। ठीक है कि किसी आइडियल गैस ਦਾ ਕਿਸੇ ਕੰਟੇਨਰ ਦੇ ਅੰਦਰ ਜਿਹੜਾ ਵਾ ਉਹ ਪ੍ਰੈਸ਼ਰ ਕਿੰਨਾ ਹੋਏਗਾ ਉਹਦਾ ਬਤ ਲਾਸਟ ਅਸੀਂ ਫਾਰਮੂਲਾ ਜਿਹੜਾ ਡਰਾਈਵ ਕੀਤਾ ਵਾ ਉਹ ਚ ਫਾਰਮੂਲਾ ਆ ਗਿਆ ਪ੍ਰੈਸ਼ਰ ਇਕੁਅਲ ਟੂ 1/3 ਆਫ ρ ਇਨਟੂ c ਸਕੁਅਰ है ना। ਇਸੇ ਫਾਰਮੂਲੇ ਤੋਂ ਅਗਲੇ ਆਪਣੇ ਛੋਟੇ ਛੋਟੇ ਟੌਪਿਕ ਬਣਨੇ ਆ यानी ਜਿਹੜੇ ਨੈਕਸਟ ਟੌਪਿਕ ਕਰਨ ਲੱਗੇ ਉਹ ਐਸ ਐਚ ਇਕੋ ਦੇ ਚ ਆ ਜਾਏਗਾ relation between pressure and kinetic energy of gas। और इसी तरह ही ये नाल एक छोटा टॉपिक हो रहा जाना kinetic interpretation of the energy temperature। ठीक है हुन पहला टॉपिक ये ले रहे हैं कहंदा जी प्रेशर ते kinetic energy दा रिलेशन दियो की आना ते बहुत बेसिक रिलेशन आ ही रहेगा। ਇਹਦੇ ਤੋਂ ਛੋਟੇ ਛੋਟੇ ਆਪਾਂ ਐਸੇ ਚ ਡਿਫਰੈਂਟ ਵੇਰੀਏਬਲਸ ਨੇ ਨੂੰ ਰਿਲੇਟ ਕਰਦੇ ਜਾਣਾ। ਪ੍ਰੈਸ਼ਰ ਦੇ ਇਸ ਫਾਰਮੂਲੇ ਚ ਅਸੀਂ ਡਿਫਾਈਨ ਕੀਤਾ ਸੀਗਾ ਕਿ ਰੋ ਡੈਂਸਿਟੀ ਆਫ ਦਾ ਗੈਸ ਹੋਏਗੀ ਤੇ ਸੀ ਗੈਸ ਮੋਲੀਕਿਊਲ ਦੀ ਆਰਐਮਐਸ ਸਪੀਡ ਹੋਏਗੀ। ਸੀ ਗੈਸ ਮੋਲੀਕਿਊਲ ਦੀ ਰੂਟ ਮੀਨ ਸਕੁਅਰ ਸਪੀਡ ਆ, ਰੋ ਮੇਰੇ ਕੋਲ ਡੈਂਸਿਟੀ ਆਫ ਦਾ ਗੈਸ ਆ ਤੇ ਪ੍ਰੈਸ਼ਰ ਇਹਦਾ ਮਤਲਬ ਇਹਨਾਂ ਦੋ ਵੇਰੀਏਬਲ ਤੇ ਡਿਪੈਂਡੈਂਟ ਆ। ਠੀਕ ਹੈ ਹੁਣ ਇਸੇ ਫਾਰਮੂਲੇ ਦੇ ਬਿਹਾਫ ਤੇ ਤੁਸੀਂ ਪ੍ਰੈਸ਼ਰ ਦਾ ਕਾਈਨੈਟਿਕ એનર્ਜੀ ਨਾਲ ਰਿਲੇਸ਼ਨ ਦੇਣਾ। ਉਹਦੇ ਅੰਦਰ ਆਪਾਂ ਡਿਫਾਈਨ ਇਤੋਂ ਕਰਾਂਗੇ ਅਕੋਰਡਿੰਗ ਟੂ kinetic theory। according to kinetic theory of gases pressure ਦਾ ਫਾਰਮੂਲਾ ਆਪਣੇ ਕੋਲ ਆ ਗਿਆ 1/3 of rho c square। ਹੁਣ c ਗੈਸ ਮੋਲੀਕਿਊਲ ਦੀ ਸਪੀਡ ਆ ਹਨਾ ਔਰ kinetic energy ਨੂੰ ਇੰਟਰੋਡਿਊਸ ਕਰਨਾ ਇਸ ਲਈ ਤੁਸੀਂ ਇਸ ਫਾਰਮੂਲੇ ਨੂੰ ਮੋਡੀਫਾਈ ਕਰਨਾ ਸ਼ੁਰੂ ਕਰੋਗੇ ਤੇ we write it is equal to 1/3 of mass by volume into c square। ठीक है ਤੇ ਜੇ ਮੈਂ mc ਸਕੁਅਰ ਇੱਥੇ ਰੱਖ ਕੇ ਹਾਫ ਉਹਦੇ ਨਾਲ ਜੋੜ ਲਵਾਂ ਤੇ ਹਾਫ mc ਸਕੁਅਰ ਆਪਣੀ kinetic energy ਬਣ ਜਾਊ। ਯੈਸ ਸਰ ਇਹਨਲ ਉਹ ਫਾਰਮ ਬਣਾਉਣ ਵਾਸਤੇ 3 ਤੇ p ਇਸ ਸਾਈਡ ਲੈ ਜਾਓ ਕੇਵਲ ਆਪਣੇ ਕੋਲ ਆ ਜਾਏਗਾ 3pv equal to mc ਸਕੁਅਰ। ठीक है और ਜੇ ਹਾਫ mc ਸਕੁਅਰ ਚਾਹੀਦਾ ਤੇ ਨੈਕਸਟ ਲਾਈਨ ਜਦ ਇਹਨੂੰ ਲਿਖ ਲੈਣੇ 3/2 pv equal to half mc square। ठीक है जी ਆ ਮੇਰੇ ਕੋਲ ਐਸਐਚ ਰਿਲੇਸ਼ਨ ਜਿਹੜਾ ਵਾ ਉਹ ਹਾਫ mc ਸਕੁਅਰ ਦੀ ਫਾਰਮ ਚ ਆਣਾ ਸ਼ੁਰੂ ਹੋ ਜੂ ਤੇ ਹਾਫ mc ਸਕੁਅਰ ਮੇਰੇ ਕੋਲ kinetic energy ਆ। ਇੰਨੀ ਗੱਲ ਸਮਝ ਲੱਗੀ? यस ਯੈਸ ਸਰ ਯੈਸ ਸਰ ਠੀਕ ਹੈ ਸੋ ਇੱਕ ਤੇ ਮੇਰੇ ਕੋਲ ਇਤੋਂ ਜੇ ਆਪਾਂ ਚੱਲੀਏ ਅੱਛਾ ਇਧਰ ਜੇ ਆਪਾਂ ਐਸਐਚ ਲੈ ਕੇ ਚੱਲੀਏ ਕਿਆ ਯੂਨਿਟ ਵਾਈਜ਼ ਇਹ ਦੋਨੋਂ ਟਰਮ ਸੇਮ ਬਣਦੀਆਂ? ਜਲਦੀ ਜਲਦੀ यस सर ਕਿਦਾਂ? सर वो वर्क ਦਾ ਵਾ ਫਾਰਮੂਲਾ ਤੇ ਬਿਲਕੁਲ kinetic ਜੇ ਪ੍ਰੈਸ਼ਰ ਇਨਟੂ ਵੋਲਿਊਮ ਚੁੱਕੋ ਤਾਂ ਆਪਾਂ ਥਰਮੋ ਚ ਪੜ ਕੇ ਆਏ ਆ P ਇਨਟੂ dV ਜਿਹੜਾ ਉਹ ਵਰਕ ਡਨ ਆ ਜਾਂਦਾ ਬੇਟਾ ਹਨਾ ਉਹੀ ਫਾਰਮ ਇੱਥੇ ਵੀ ਬਣ ਜਾਂਦੀ। ਸੋ ਪ੍ਰੈਸ਼ਰ ਇਨਟੂ ਵੋਲਿਊਮ ਵਰਕ ਡਨ ਆ ਔਰ ਇਧਰ kinetic એનર્ਜੀ ਆ ਸੋ ਯੂਨਿਟ ਵਾਈਜ਼ ਟਰਮ ਇਕੁਇਵਲੈਂਟ ਨੇ। ਇੰਨੀ ਗੱਲ ਕਲੀਅਰ ਆ? यस यस सर ਇਸ ਰਿਲੇਸ਼ਨ ਦੀ ਆਪਾਂ ਨੂੰ ਲੋਡ ਅੱਗੇ ਵੀ ਪੈਣੀ ਆ। ਠੀਕ ਹੈ ਪ੍ਰੈਸ਼ਰ ਤੇ kinetic એનર્ਜੀ ਵਾਲੇ ਰਿਲੇਸ਼ਨ ਚ ਆਊਗਾ ਨਾਲ ਹੀ ਇਹਦੇ ਮੈਂ ਐਸਐਚ ਜਿਹਨੂੰ ਲਿੰਕ ਕਰਨ ਲੱਗਿਆ ਉਹ ਟਾਪਿਕ ਇਹਦੇ ਨਾਲ ਹੀ ਜੁੜ ਜਾਂਦਾ kinetic interpretation of temperature। kinetic interpretation of temperature ਦਾ ਬੱਚੇ ਮਤਲਬ ਬੇਸਿਕਲੀ ਇਹ ਹੈਗਾ ਵਾ ਕਿ ਟੈਂਪਰੇਚਰ ਦੇ ਨਾਲ ਅਸੀਂ ਐਸਐਚ ਗੈਸ ਮੋਲੀਕਿਊਲ ਦੀ kinetic એનર્ਜੀ ਨੂੰ ਕਿੱਦਾਂ ਲਿੰਕ ਕਰੀ ਕਿ ਜੇ ਟੈਂਪਰੇਚਰ ਇਨਕਰੀਜ਼ ਕਰਦਾ ਤੇ ਕਿਆ ਉਹਦੇ ਟੈਂਪਰੇਚਰ ਦੇ ਇਨਕਰੀਜ਼ ਨਾਲ ਗੈਸ ਮੋਲੀਕਿਊਲ ਦੀ kinetic એનર્ਜੀ ਵੱਧਦੀ ਆ ਕਿ ਘਟਦੀ ਆ? ਜੇ ਵੱਧਦੀ ਆ ਤੇ ਕਿਸ ਪ੍ਰਪੋਰਸ਼ਨੇਟ ਚ ਵੱਧਦੀ? ਉਸ ਚੀਜ਼ ਨੂੰ ਡਿਵੈਲਪ ਕਰਨ ਵਾਸਤੇ ਆਪਾਂ ਇਹਦੇ ਅੰਦਰ ਹੀ ਐਸਐਚ ਕਿਆ ਕਰ ਦੋ we know that pv equal to nRT pv equal to nRT ਆ ਰਿਲੇਸ਼ਨ ਇੰਟਰੋਡਿਊਸ ਕਰ ਲਓ ਗੈਸ ਮੋਲੀ ਇੱਥੇ ਆਪਾਂ ਜੇ ਐਸਐਚ ਲਿਖ ਕੇ ਚੱਲੀਏ ਤੇ देयरफॉर ਆਪਣੇ ਕੋਲ ਆ ਜਾਏਗਾ 3/2 nRT equal to half mc square। ठीक है ਹੁਣ ਇਹਦੇ ਵਿੱਚੋਂ ਜੇ ਚਲੀਏ ਤੁਸੀਂ ਇਦਾਂ ਕਰੋ ਇਹਦੇ ਮੈਂ ਟੌਪਿਕ ਦਾ ਨਾਮ ਮੁੜ ਕੇ ਕਨਫਿਊਜ਼ਨ ਨਾ ਤੁਹਾਨੂੰ ਹੋ ਜੇ ਆਪਾਂ ਇੱਥੇ ਪਹਿਲੋ ਟੌਪਿਕ ਹੀ kinetic interpretation ਲੈ ਲੈਂਦੇ ਪਹਿਲੋ ਆਹੀ ਪੂਰਾ ਲਿਖ ਕੇ ਬਣਾ ਦੇਣਾ ਮੁੜ ਕੇ ਤੁਹਾਨੂੰ ਬੁੱਕ ਦੇ ਵਿੱਚੋਂ ਭੁਲੇਖਾ ਨਾ ਲੱਗ ਜੇ kinetic interpretation of kinetic energy। ठीक है ਤੇ ਇਤੋਂ ਜੇ ਇਹਨੂੰ ਲੈ ਕੇ ਚੱਲੀਏ ਹੁਣ ਇਹਦੇ ਚੋਂ 3/2 ਕਾਂਸਟੈਂਟ ਆ इधरों 1/2 भी कांस्टेंट आ
गिवन गैस वास्ते ਉਹਦੇ नंबर ऑफ मोल ते R ते इधरों M ये टर्म मेरियां कांस्टेंट होणगियां। यस सर। जे पुत मेरे गिवन कंटेनर दे अंदर ਆਪਾਂ ਕਿਸੇ ਕੰਟੇਨਰ 'ਚ ਕੋਈ ਗੈਸ ਫਿਲ ਕੀਤੀ ਹੋਈ ਆ, ਇਹ ਮਤਲਬ ਉਹਦੇ ਨੰਬਰ ਆਫ ਮੋਲਸ ਵੀ ਫਿਕਸ ਆ, ਉਹਦਾ ਗੈਸ ਕਾਂਸਟੈਂਟ ਦੀ ਵੈਲਿਊ ਵੀ ਫਿਕਸ ਆ, ਇਧਰੋਂ ਗਿਵਨ ਗੈਸ ਦਾ ਜਿਹੜਾ ਮਾਸ ਹੋਏਗਾ ਉਹ ਵੀ ਫਿਕਸ ਆ। ਇਹਦਾ ਮਤਲਬ ਜਿਹੜਾ ਇਹਦੇ ਵਿੱਚੋਂ ਲੈ ਕੇ ਚੱਲੀਏ ਫॉर ਅ ਗਿਵਨ ਗੈਸ ਆਪਣੇ ਕੋਲ 3/2 1/2 n r and m remains constant। आटम मेरिया कांस्टेंट है, देयरफॉर अपने को t प्रोपोर्शनल टू c स्क्वायर, ठीक है, और सच लेके तो c स्क्वायर प्रोपोर्शनल टू t, ठीक है, व्हिच इंप्लाइज c प्रोपोर्शनल टू रूट ऑफ टेंपरेचर आ जाएगा। इन्हीं गल समझ लग रही? यस यस सर। जेडे गैस मॉलिक्यूल दी अपने को स्पीड होएगी वो डायरेक्टली प्रोपोर्शनल टू स्क्वायर रूट ऑफ टेंपरेचर है ना। इस मतलब जिदा जिदा मेरे को गैस मॉलिक्यूल का टेंपरेचर इंक्रीज करेगा, ठीक है, जिदा जिदा तो गैस मॉलिक्यूल का टेंपरेचर इंक्रीज करेगा तो टेंपरेचर दे इंक्रीज करना ओदे गैस मॉलिक्यूल दे मूव करने दी स्पीड भी ਵਧੂਗੀ, और जे स्पीड ਵਧੇਗੀ ਤੇ ਨੈਚੁਰਲ ਕਹਿੰਦਾ ਜੀ ਉਹਦਾ ਜਿਹੜਾ ਬਾਲ ਦੇ ਉੱਤੇ ਹਿਟਿੰਗ ਦਾ ਹੈਗਾ ਟਾਈਮ ਆ ਉਹ ਘਟੇਗਾ, ਤੇ ਜੇ ਟਾਈਮ ਘਟੇਗਾ ਤੇ ਮਤਲਬ ਬਾਲ ਦੇ ਉੱਤੇ ਲੱਗਣ ਵਾਲੀ ਫੋਰਸ ਵਧੂ ਐਂਡ ਅਲਟੀਮੇਟਲੀ ਮੋਰ ਪ੍ਰੈਸ਼ਰ ਵਿਲ ਬੀ ਐਗਜ਼ਰਟਡ ਔਨ ਦਾ ਵਾਲ ਆਫ ਕੰਟੇਨਰ। ਕੀ ਗੱਲ ਸਮਝ ਆਈ? ਯੈਸ ਤੁਹਾਡਾ ਉਹ ਮੇਨ ਫੈਕਟਰ ਹੋਏਗਾ ਟੈਂਪਰੇਚਰ, ਤੁਹਾਡਾ ਉਹ ਮੇਨ ਫੈਕਟਰ ਹੋਏਗਾ ਜਿਹੜਾ ਗੈਸ ਮੋਲੀਕਿਊਲ ਦੀ ਸਪੀਡ ਨੂੰ ਔਰ ਅਲਟੀਮੇਟਲੀ ਕੰਟੇਨਰ ਦੇ ਅੰਦਰ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਪਿਆ। ਔਰ ਇਸੇ ਤੋਂ ਬੇਟਾ ਤੁਸੀਂ ਫਿਰ ਇੱਕ ਟਰਮ ਹੋਰ ਡਿਫਾਈਨ ਕਰ ਦਿੰਦੇ ਹੋ एब्सोल्यूट जीरो। जब तो एब्सोल्यूट जीरो को डिफाइन करना, एब्सोल्यूट जीरो किनु कहना जी आपा जीरो करेंगे -270 ਅਸੀਂ ਕਹਿੰਦੇ ਜੀ ਜਦੋਂ ਟੈਂਪਰੇਚਰ 0 ਕੈਲਵਿਨ ਆ ਉਸ ਟੈਂਪਰੇਚਰ ਨੂੰ ਅਸੀਂ ਐਬਸੋਲੂਟ ਜ਼ੀਰੋ ਕਹਿੰਦੇ। ਕਿਉਂ ਕਹਿੰਦੇ? ਤੇ ਉਹਦਾ ਕਾਰਨ ਇਸੇ ਕਹਿੰਦਾ ਜੀ ਟਰਮ ਦੇ ਅੰਦਰ at absolute zero we set gas molecular motion total cease। मतलब गैस मॉलिक्यूल ਜਿਹੜੇ ਨੇ ਉਹ SH 0 ਡਿਗਰੀ ਸੈਲਸੀਅਸ ਨੂੰ ਨਹੀਂ ਕਹਿ ਸਕਦੇ। ਉਹਦਾ ਕਾਰਨ ਹੈ ਜੇ 0 ਡਿਗਰੀ ਸੈਲਸੀਅਸ ਹੋਵੇ ਤੇ ਅਸੀਂ ਇਹਦੀ ਜਿਹੜੀ ਸਕੇਲ ਯੂਜ਼ ਕਰਨੀ ਆ ਉਹ SI ਯੂਨਿਟ ਆ। ਜੇ ਇਹਦਾ SI ਯੂਨਿਟ ਆ ਤੇ ਇਧਰੋਂ ਟੈਂਪਰੇਚਰ ਦਾ SI ਯੂਨਿਟ ਕੈਲਵਿਨ ਆ ਤੇ ਫਿਰ ਇਹਦੇ ਨਾਲ ਡਿਗਰੀ ਸੈਲਸੀਅਸ ਸ਼ੁੱਡ ਬੀ ਕਨਵਰਟਡ ਇਨਟੂ ਕਹਿੰਦਾ ਜੀ SH ਕੈਲਵਿਨ। इमल 0 डिग्री सेल्सियस still have the 273 केल्विन टेंपरेचर। ਇਹਦਾ ਮਤਲਬ ਇਹ ਆ ਕਿ ਹਜੇ ਵੀ ਫਾਈਨਾਈਟ ਟੈਂਪਰੇਚਰ ਆ ਜਿਹਦੇ ਕਰਕੇ ਗੈਸ ਮੋਲੀਕਿਊਲ ਦੀ ਫਾਈਨਾਈਟ ਸਪੀਡ ਵੀ ਹੋਏਗੀ। ਤੇ ਜੇ ਮੈਂ ਉਹਦੀ ਐਸਐਚ ਸਪੀਡ ਨੂੰ 0 ਕੰਸੀਡਰ ਕਰਨਾ ਉਹ ਕਹਿੰਦਾ ਜੀ ਫਿਰ ਟੈਂਪਰੇਚਰ ਵੀ ਮੇਰੇ ਕੋਲ ਕੈਲਵਿਨ ਸਕੇਲ 'ਚ 0 ਤੇ ਜਾ, ਇਸ ਲਈ ਐਬਸੋਲੂਟ 0 ਟੈਂਪਰੇਚਰ ਜਿਹੜਾ ਵਾ ਉਹ 0 ਕੈਲਵਿਨ ਨੂੰ ਅਸੀਂ ਡਿਫਾਈਨ ਕਰਦੇ ਆ। ਸਾਜਨ ਜੀ ਗੱਲ ਸਮਝ ਆਈ? हाँ जी सर। सो एब्सोल्यूट जीरो किनो कहिए कि एट t इक्वल टू 0 केल्विन ते गैस मॉलिक्यूल ਦੀ ਬੜਾ ਸਪੀਡ ਜਿਹੜੀ ਉਹ ਐਗਜ਼ੈਕਟ 0 ਹੋ ਜਾਂਦੀ ਹੈ। ਇਸ ਨਾਲ ਅਸੀਂ ਕਹਿੰਦੇ ਜੀ ਮੋਲੀਕਿਊਲ ਕੰਟੇਨਰ ਦੇ ਅੰਦਰ ਐਗਜ਼ੈਕਟਲੀ ਖੜੇ ਰਹਿਣਗੇ, ਠੀਕ ਹੈ ਜੀ, ਉਸ ਮੂਮੈਂਟ ਤੇ ਉਹਦੀ ਮੋਲੀਕੂਲਰ ਮੋਸ਼ਨ ਟੋਟਲ ਸੀਜ਼ ਕਰ ਜਾਏਗੀ, ਟੋਟਲ ਖਤਮ ਹੋ ਜਾਏਗੀ ਜਦੋਂ ਟੈਂਪਰੇਚਰ 0 ਕੈਲਵਿਨ। और जे किसी बॉडी का टेंपरेचर जिदा जिदा 0 कैलविन तो ਵਧਣਾ शुरू ਹੁੰਦਾ है ना, जिदा ही कहने जी मान लो रूम टेंपरेचर के बराबर ही टेंपरेचर हो गया ते 27 डिग्री सेल्सियस मान लो आप मान लेने रूम टेंपरेचर। ਇਹਦਾ मतलब है कि भी कैलविन के हिसाब ਨਾਲ 300 कैलविन टेंपरेचर ਆ ਤੇ ਇਹਦਾ मतलब उस टेंपरेचर ते गैस मॉलिक्यूल ਜਿਹੜੇ ਸਾਡੇ रूम ਚ प्रेजेंट ने they are not to be in the state of rest। everybody will possess some kinetic energy, everybody will possess some kinetic energy as its temperature will going on increasing from 0 kelvin। ਜਦੋਂ ਬੋਡੀ ਦਾ ਟੈਂਪਰੇਚਰ 0 ਕੈਲਵਿਨ ਤੋਂ ਵਧਣਾ ਸ਼ੁਰੂ ਹੋ ਗਿਆ ਇਹਦਾ ਮਤਲਬ ਆ ਮੋਲੀਕੂਲਰ ਮੋਸ਼ਨ ਸ਼ੁਰੂ ਹੋ ਜਾਏਗੀ। ਤੇ ਜੇ ਮੋਲੀਕਿਊਲ ਦੀ ਮੋਸ਼ਨ ਸ਼ੁਰੂ ਹੋ ਗਈ ਤੇ ਉਹਦੇ ਕਰਕੇ ਉਹਨਾਂ ਦੇ ਕੋਲ ਜਿਹੜੀ એનર્ਜੀ ਆ ਉਹ ਕਿਨੈਟਿਕ ਫਾਰਮ ਚ ਆ ਜਾਏਗੀ। ਬੇਟਾ ਕੀ ਇੰਨੀ ਗੱਲ ਸਮਝ ਲੱਗਦੀ ਪਈ? Yes sir। So जे एब्सोल्यूट 0 ਦੀ ਡੈਫੀਨੇਸ਼ਨ ਲਵਾਂ ਉਹ ਇਸ ਲਾਈਨ ਨਾਲ ਦੇ ਸਕਦੇ ਹੋ ਕਿ ਵੀ ਜਦੋਂ ਟੈਂਪਰੇਚਰ 0 ਕੈਲਵਿਨ ਆ
ਤੇ ਮੋਲੀਕੂਲਰ ਮੋਸ਼ਨ ਟੋਟਲ ਜਿਹੜੀ ਆ ਉਹ ਸੀਜ਼ ਕਰ ਜਾਂਦੀ ਆ, ਇਸ ਲਈ ਅਸੀਂ ਇਹਨੂੰ ਐਬਸੋਲੂਟ ਜ਼ੀਰੋ ਡਿਫਾਈਨ ਕਰਦੇ ਆ। ਕਿ ਇੰਨੀ ਗੱਲ ਕਲੀਅਰ ਹੈ ਜੀ? Yes, sir. Yes, sir. Yes, sir. ਇਸੇ ਰਿਲੇਸ਼ਨ ਤੋਂ ਨੂਮੈਰੀਕਲ ਵਾਸਤੇ ਆਪਣੇ ਕੋਲ ਰਿਲੇਸ਼ਨ ਰਹੇਗਾ, therefore C1 by C2 it should be equal to root of T1 by T, यानी रेशो ਇਹਦੀ ਡਿਫਾਈਨ ਕਰਕੇ ਰੱਖ ਲਾਂਗੇ ਕਿ ਦੋ ਡਿਫਰੈਂਟ ਟੈਂਪਰੇਚਰ ਤੇ ਗੈਸ ਮੋਲੀਕੂਲ ਦੀ ਜਿਹੜੀ ਸਪੀਡ ਹੋਏਗੀ ਉਹਦੇ ਕਹਿੰਦਾ ਜੀ ਰੂਟ ਟਾਈਮ ਜਿਹੜੀ ਉਹਦੇ ਪ੍ਰਪੋਰਸ਼ਨਲ ਆ ਜਾਏਗੀ। ਹੋ ਜੂ ਬੇਟਾ ਇੰਨਾ? Yes. Yes, sir. Yes, sir. Yes, sir. ਇਹ ਤੁਹਾਡਾ ਟੌਪਿਕ ਬਣਦਾ, ਠੀਕ ਹੈ ਜੀ, ਕਿਨੈਟਿਕ ਇੰਟਰਪ੍ਰੀਟੇਸ਼ਨ ਆਫ ਟੈਂਪਰੇਚਰ ਤੇ ਐਬਸੋਲੂਟ ਜ਼ੀਰੋ ਦੀ ਡੈਫੀਨੇਸ਼ਨ। ਠੀਕ ਹੈ, ਜਿਹੜਾ ਕਰਨ ਆਪਾਂ ਕਰਦੇ ਹੋਏ ਸੀ, ਹੁਣ ਉਹ ਦੁਬਾਰਾ ਲਿਖ ਕੇ ਉਹਨੂੰ ਕਰਾਉਣ ਲੱਗਿਆ। ਇਹਦੇ ਨਾਲ ਹੀ ਆਪਣੇ ਕੋਲ ਇੱਕ ਛੋਟਾ ਹੈਗਾ ਟੌਪਿਕ, ਰਿਲੇਸ਼ਨ ਬਿਟਵੀਨ ਪ੍ਰੈਸ਼ਰ ਐਂਡ ਕਿਨੈਟਿਕ એનર્ਜੀ ਆਫ ਗੈਸ। डिफाइन उदा ही करना, ठीक है, सिर्फ उच्च टेंपरेचर का कंसेप्ट इंट्रोड्यूस कर लिया, इच टेंपरेचर तो बिना आप सिर्फ चलते हैं। वी नो दैट अकॉर्डिंग टू किनेटिक थ्योरी स्टार्ट इन्हां सारे टॉपिक दा जिहड़ा वा वो किनेटिक थ्योरी दा ही बनना बेटा, क्योंकि असीं जिन्ने भी कंसेप्ट बनाने आ वो किनेटिक थ्योरी ऑफ गैसेस वास्ते ही डेवलप करदे, ओदी बेसिक थ्योरी किनेटिक थ्योरी हैगी है। ते अपने कोल फार्मूला हैगा P इक्वल टू 1/3 ऑफ रो सी स्क्वायर। इना क्लियर है? Yes. Yes, sir. चल अपन नेक्स्ट लाइन च डिफाइन कर देते हैं मास ऑफ यूनिट वॉल्यूम ऑफ गैस। अब वो तो मास डिफाइन कर लगे, जे तुहाडे कोल 1 यूनिट वॉल्यूम यानी 1 सेंटीमीटर क्यूब या 1 मीटर क्यूब वॉल्यूम हैगा ते ओदा मास मेरे को जेड़ा कादे बराबर, नॉर्मली ਅਸੀਂ डिफाइन करते डेंसिटी आंदी है अपने कोल मास बाय वॉल्यूम, है ना। ते जे वॉल्यूम ਨੂੰ ਅਸੀਂ 1 यूनिट डिफाइन करते हैं ते मास ते डेंसिटी इक्विवेलेंट टर्म हो जो। Yes, sir. Yes, sir. Yes, sir. मतलब ਅਸੀਂ ਜਿੱਥੇ मास ऑफ यूनिट वॉल्यूम डिफाइन करते पे, है ना, लिखना ਅਸੀਂ मास आ ते इनु एस च ਅਸੀਂ डेंसिटी ਦੇ इक्वल लिखदे पे, ओदा कॉस लिखना ते इत्थे बेशक लिख दो, आही सेम लाइन दोबारा वा डेंसिटी मास बाय वॉल्यूम ते फॉर यूनिट वॉल्यूम V इक्वल टू 1 यूनिट आ गया, ਉਹਦੇ ਕਰਕੇ मास ਤੇ डेंसिटी अपने को सेम टर्म डिफाइंड हो जाएगी। इन्हीं गल समझ लगी? Yes. Yes, sir. Yes, sir. ਇਹਦਾ रिलेशन देना kinetic एनर्जी ना, kinetic एनर्जी ਦਾ फार्मूला लिख लेने। We know that kinetic energy of gas molecules kinetic energy of gas molecule is given by, kinetic energy ਨੂੰ E ਨਾਲ ਲਿਖਦੇ ਪਏ, ਫਾਰਮੂਲਾ ਆਪਾਂ ਉਹਦਾ ਲਿਖਣਾ ਹਾਫ mc ਸਕੁਅਰ, ਪਰ ਮਾਸ ਤੇ ਅਸੀਂ ਕਿਹਾ ਜੀ ਡੈਂਸਿਟੀ ਆਪਸ ਵਿੱਚ ਸੇਮ ਹੋ ਜਾਂਦੇ ਆ, ਇਸ ਲਈ ਇੱਥੇ ਮਾਸ ਨੂੰ ਤੁਸੀਂ ਡੈਂਸਿਟੀ ਦੀ ਫਾਰਮ ਚ ਡਿਫਾਈਨ ਕਰ ਦਿਓ ਤੇ ਵੀ ਕੈਨ ਰਾਈਟ ਇਟ ਇਜ਼ ਇਕੁਅਲ ਟੂ ਹਾਫ ਰੋ c ਸਕੁਅਰ। ਕਲੀਅਰ ਆ? Yes, Yes, sir. sir. Yes, sir. ਇਹ ਸਿਰਫ ਇਸ ਵਾਸਤੇ ਕਰਦੇ ਪਏ ਅਸੀਂ ਯੂਨਿਟ ਵੋਲੀਅਮ ਵਾਸਤੇ ਪ੍ਰੈਸ਼ਰ ਤੇ ਕਿਨੈਟਿਕ એનર્ਜੀ ਨੂੰ ਲਿੰਕ ਕਰ ਦਾਂਗੇ ਤੇ ਗਿਵਨ ਵੋਲੀਅਮ ਨਾਲ ਮਲਟੀਪਲਾਈ ਕਰਾਂ ਤੇ ਮੇਰੇ ਕੋਲ ਐਂਟਾਇਰ ਵੋਲੀਅਮ ਦਾ ਪ੍ਰੈਸ਼ਰ ਤੇ ਕਿਨੈਟਿਕ એનર્ਜੀ ਦਾ ਰਿਲੇਸ਼ਨ ਆ ਜਾਊ। ਉਹਦੇ ਵਾਸਤੇ ਅਸੀਂ 1 ਯੂਨਿਟ ਵੋਲੀਅਮ ਡਿਫਾਈਨ ਕਰਕੇ ਮਾਸ ਕੁਆਂਟੀਟੀ ਨੂੰ ਡੈਂਸਿਟੀ ਨਾਲ ਰਿਪਲੇਸ ਕਰਾ ਲਿਆ ਤਾਂ ਕਿ ਇਸ ਰਿਲੇਸ਼ਨ ਤੇ ਇਸ ਰਿਲੇਸ਼ਨ ਦੇ ਅੰਦਰ ਆਪਾਂ ਆਪਸ ਦੇ ਵਿੱਚ ਇਹਨਾਂ ਟਰਮਸ ਨੂੰ ਕਟਿੰਗ ਚ ਲਿਆ ਸਕੀ। ठीक है, हुण इन्हां दो इक्वेशनां ਨੂੰ डिवाइड करा लो, जे दोनों इक्वेशन डिवाइड करा लो तो देयरफॉर अपने को आ जाएगा डिवाइड 1/2 ते अपने को टर्म बन जाएगी P/E इक्वल टू, इधरों चलिए ते रो सी स्क्वायर अपना कैंसिल हो जाना ते अपनी टर्म बन जानी है 2/3, है ना। नंबर रिवर्स हो गया, अपने को इतनी वैल्यू आ जाऊ, केवल प्रेशर अपने को आ गया 2/3 ऑफ किनेटिक एनर्जी। ठीक है जी, हुण ਇਹਦੇ ਵਿੱਚ ਇੱਕ ਧਿਆਨ ਰੱਖ ਕੇ ਚੱਲੋ, ਇਹ ਯੂਨਿਟ ਵੋਲੀਅਮ ਨਾਲ ਲੱਗਾ ਹੋਇਆ ਤੇ ਜੇ ਪ੍ਰੈਸ਼ਰ ਦੇ ਨਾਲ ਅਸੀਂ ਵੋਲੀਅਮ ਮਲਟੀਪਲਾਈ ਕਰਾਂਗੇ, ਪਿਛਲੀ ਟਰਮ ਹੀ ਫਿਰ ਬੋਲਦਾ ਪਿਆ, ਇਹ ਮਤਲਬ ਵਰਕ ਡਨ ਹੀ ਹੋਏਗਾ। yes, sir. Yes, sir. Yes, sir. ਇਦਾਂ ਸੋਚ ਸਕਦੇ ਹੋ, ਜੇ ਆਪਾਂ ਇਦਾਂ ਲਾ ਲਈਏ ਕਿ ਵੀ ਇੱਥੇ ਜਿਹੜਾ ਮਾਸ ਬਾਈ ਵੋਲੀਅਮ ਆ ਉਹ ਚੋਂ ਵੋਲੀਅਮ ਹੀ ਇੱਧਰ ਗਿਆ ਵਾ, है ना, इस करके अपने को टर्म ਜਿਹੜੀ ਬਣਦੀ ਪਈ ਆ ਉਹ ਵਰਕ ਡਨ ਹੀ ਆ, ਮੀਨ यूनिट वाइज ਇਹ टर्म इक्विवेलेंट ही आ।
मतलब आप ये नहीं कहता कि ਪ੍ਰੈਸ਼ਰ ਦਾ यूनिट એનર્ਜੀ ਦਾ यूनिट ਦੇ ਬਰਾਬਰ ਆ ਗਿਆ, ਇਹ ਹੁਣ ਵੀ ਨਹੀਂ ਹੋਇਆ। पर इत्थे यूनिट वॉल्यूम लग्या होने करके वॉल्यूम दा यूनिट ते प्रेशर दा यूनिट मल्टीप्लाई करके बनदी टर्म वर्क डन ही पई है। इन्नी गल क्लियर ना? Yes, sir. Yes, sir. सो यूनिट वाइज कंफ्यूजन ना क्रिएट कर लियो। ये यूनिट वॉल्यूम आ, इस करके वॉल्यूम इत्थे लगा नहीं दिखदा, अदरवाइज इधर पीवी ही स्टैंड करदा पिया। हो जू रिलेशन? Yes, sir. Yes, sir. चल ये अपने को दो उन्हें छोटे टॉपिक देते सी। इदां ही एक होर छोटा टॉपिक हैगा एवरेज किनेटिक एनर्जी पर मॉलिक्यूल ऑफ द गैस। जे गैस मॉलिक्यूल दे इंडिविजुअल मॉलिक्यूल दी किनेटिक एनर्जी कढनी होवे ओदा की फार्मूला बनना। ठीक है, ये एक फोटो क्लिक करना। चलो शुरू करें। चलो अपने को डिफाइन है किया बेटा कि भी एस एच टॉपिक का नाम आ जाना अपने को एवरेज किनेटिक एनर्जी, एवरेज किनेटिक एनर्जी पर मॉलिक्यूल ऑफ गैस। ठीक है, यानी जे अपने को एस सच गिवन एनर्जी हैगी आ, ठीक है, ते ओदी एवरेज वैल्यू डिफाइन कर दो। ये भी अपने को रिलेशन जिहड़ा बन के आएगा, ये याद भी रखियो। एक नहीं बहुत थां ते अपन नूं लोड़ रहनी है बेटा। कई रीजनिंग बेस्ड क्वेश्चन जिहड़े ने वो एस सच दे इस बेसिक कांसेप्ट नहीं आपां एक्सप्लेन करदे। आपां एवरेज किनेटिक एनर्जी पर मॉलिक्यूल कढनी स्टार्टिंग फ्रॉम द किनेटिक थ्योरी, यानी अपना टॉपिक फिर उत्ते शुरू हुआ। We know that according to kinetic theory, pressure the formula 1/3 of root c square। kinetic energy बनानी है जिदा आप kinetic interpretation वाला करते सी ओदे नाल ही रिलेट कर दांगे। इनो आप लिख दिए 1/3 of m/v into c square। ठीक है जी, ते जे kinetic energy वो हाफ mc square च आनी है ते देयरफॉर अपनी टर्म बन जाएगी 3pv equal to mc square। ठीक है, और किनेटिक एनर्जी वास्ते मैंने हाफ चाहिए, हाफ mc square चाहिए वा। वेलोसिटी हाफ mv square दे किनेटिक एनर्जी च हाफ mv square आ। अपने गैस मॉलिक्यूल दी वेलोसिटी v दी थां ते c नाल चलदी पई, ये ध्यान रख के चलियो। पर c किते भी असी जड़ी आ लाइट दी स्पीड नु नहीं कह रहे बेटा, ये rms यानी रूट मीन स्क्वायर वेलोसिटी ऑफ गैस मॉलिक्यूल है। इन्नी गल क्लियर है? Yes, Sir. Yes, sir. ये तो लिख दिए थे अपने को आ गया 3/2 pv इक्वल टू हाफ mc स्क्वायर। ठीक है, ते आप pv दी वैल्यू डिफाइन की फॉर 1 मोल, फॉर 1 मोल ऑफ गैस जे आप डिफाइन करिए ते pv इक्वल टू RT आ जाएगा। Yes, sir. Yes, sir. सो इन्हें तो यूज कर लो ते अपना रिलेशन आ गया 3/2 RT इक्वल टू हाफ mc स्क्वायर। बट हाफ mc स्क्वायर में कुल किनेटिक एनर्जी 1 मोल दे मॉलिक्यूल्स दी है। मुझे ए तो रिलेट करो तो दिस इज टू बी कॉल्ड एज द किनेटिक एनर्जी। पर ए किनेटिक एनर्जी में कुल एज सच 1 मोल वास्ते डिफाइंड है। ठीक है, तो जे मैं एक मॉलिक्यूल दी कढनी है ते एक मोल दे जिन्ने मॉलिक्यूल है यानी एवोगैड्रो नंबर ओने ने नु डिवाइड कर लिए। Yes, sir. Yes, sir. डिफाइन करा मतलब आ भी रिलेशन याद रखांगे, लोड रहेगी। दिस इज द किनेटिक एनर्जी फॉर 1 मोल ऑफ द गैस फॉर 1 मॉलिक्यूल। ते जे आप 1 मॉलिक्यूल दी डिफाइन करनी है ते एदी इस इक्वेशन 1 नु दोनों पासे एसएच एवोगैड्रो नंबर ना डिवाइड कर लिए। डिवाइड बोथ साइड्स ऑफ इक्वेशन 1 by एवोगैड्रो नंबर।
तो देयरफॉर अपने को टर्म बन जाएगी 3/2 R/NA into T. It should be equal to half of M/NA into C square. ਤੇ ਗੈਸ ਦੇ ਟੋਟਲ ਮਾਸ ਨੂੰ ਜਿੰਨਾ ਉਹਦਾ ਮੋਲੀਕੂਲਰ ਮਾਸ ਹੋਏਗਾ ਜੇ ਉਹਨੂੰ ਅਸੀਂ ਐਸਐਚ ਐਵੋਗੈਡਰੋ ਨੰਬਰ ਨਾਲ ਡਿਵਾਈਡ ਕਰਦੇ ਤੇ ਮਾਸ ਆਫ 1 ਮੋਲੀਕੂਲ ਆ ਜਾਊ। Yes, sir. Yes. Yes, sir. Yes, sir. लेके चलिए तो ये अपने को मास ऑफ 1 मॉलिक्यूल आ जाऊ। आर गैस कांस्टेंट है, एन एवोगैड्रो नंबर ए भी कांस्टेंट है ਤੇ ਇਹਨਾਂ ਦੋ ਕਾਂਸਟੈਂਟ ਦੀ ਰੇਸ਼ੋ ਨੂੰ ਅਸੀਂ ਥਰਡ ਕਾਂਸਟੈਂਟ ਡਿਫਾਈਨ ਕਰ ਦਿੰਨੇ ਆ which is to be called as the Boltzmann constant। मतलब एक नवी टर्म ਤੁਹਾਡੇ ਕੋਲ ਆ ਜਾਏਗੀ, ठीक है। here R/NA ਇਹਨੂੰ ਅਸੀਂ ਬੇਟਾ KB ਨਾਲ ਡਿਫਾਈਨ ਕਰ ਦਿੰਨੇ, ठीक है। where KB ਕਿਹਨੂੰ ਕਹਿੰਦੇ ਪਏ, it's called as the Boltzmann constant, ठीक है। यानी दो कांस्टेंट दी रेशो कांस्टेंट आनी है और वो एक स्टैंडर्ड फिक्स्ड कांस्टेंट हैगा एंड दैट कांस्टेंट इज टू बी कॉल्ड द बोल्ट्जमैन कांस्टेंट। न्यूमेरिकल जेदी वैल्यू फिक्स रहेगी अपने को गिवन होएगी क्वेश्चन दे अंदर, ठीक है। और यूनिट बनाना ते इथे ही बन जो की यूनिट आ जाएगा ਇਹਦਾ यूनिट बना के दसो जल्दी जल्दी की आना। मैं सुनने ਨੂੰ बैठा, मैंने यूनिट की आवाज चाहिए है, यूनिट की बनना जल्दी जल्दी बोलूंगे। ਜਦੋਂ तक नहीं बोलूंगे आप तुरना नहीं अगे। टर्म सुनी है कि नहीं सुनी? Yes, sir. सुनी ना? Yes, sir. हाँ बोलो भाई, यूनिट बोलूंगे तो आप आगे तुरना वा जी। लाओ दिमाग, ये तो सामने यूनिट बन सकता, जल्दी जल्दी। आर दा यूनिट की हुंदा? कोई आर दा यूनिट की हुंदा न्याणे हो? Joule per Kelvin per mole. बिल्कुल ठीक है। ते एवोगैड्रो नंबर ਨੂੰ ਆਪਾਂ ਕਿੱਦਾਂ ਦੱਸਦੇ ਆ? No unit. ਹੈ No unit. नो यूनिट की ਹੁੰਦਾ एवोगैड्रो नंबर? मोल 6.02 into 10 raised to power। ਤੇ ਫਿਰ ਇਹਦੀ ਵੈਲਿਊ ਬੋਲ ਦਿਓ, ਇਹਦੀ ਵੈਲਿਊ ਵੀ ਪੜੀ ਹੋਏਗੀ ਗੈਸ ਕਾਂਸਟੈਂਟ ਦੀ, ਸੌਰੀ ਬੋल्ट्जमैन ਕਾਂਸਟੈਂਟ ਦੀ। मानना है? नहीं सर, वैल्यू नहीं पड़ी एग्जैक्ट। कोई 1.38 करके इधर सुनिया होवे अक्षर शायद? नो सर। किसी ने नहीं पढ़ी? 1.3806 1.38 in 10 raised to power minus 23. 10 raised to power minus 23। Minus 23. बिल्कुल ठीक। 1.38 into 10 raised to power minus 23 और यूनिट को ते ਇਹਦੇ ਵਾਲਾ ਹੀ ਤੁਹਾਡੇ ਕੋਲ ਐਸਐਚ ਆ ਜਾਣਾ ਕਿਉਂਕਿ ਗੈਸ ਕਾਂਸਟੈਂਟ ਡਿਵਾਈਡਡ ਬਾਈ ਦਾ ਐਵੋਗੈਡਰੋ ਨੰਬਰ ਆ, ਠੀਕ ਹੈ। ਤੇ ਆਪਾਂ ਉਤੋਂ ਲਿਖ ਸਕਦੇ ਆ, ਹੋ ਜੂ। ਇਨੀ ਟਰਮ ਕਲੀਅਰ ਆ ਪਹਿਲਾਂ, ਇਹਨਾਂ ਆਪਾਂ ਅੱਗੇ ਹਜੇ ਜਾ ਕੇ ਕਰਾਂਗੇ ਯੂਜ਼। ਇਸ ਮੂਮੈਂਟ ਤੇ ਜੇ ਇਹੀ ਰਿਲੇਸ਼ਨ ਅਸੀਂ ਹੁਣ ਦੁਬਾਰਾ ਡਿਫਾਈਨ ਕਰ ਦਈਏ ਤੇ ਆਪਣੇ ਕੋਲ ਟਰਮ ਬਣ ਜਾਏਗੀ 3/2 kBT equal to half mc square। सो आ टर्म अपने को जेडी मेन याद रखने वाली हो जाएगी। एक अपने को आ फर्स्ट इक्वेशन जेडी लिखदा पे दैट इज द काइनेटिक एनर्जी फॉर 1 मोल ते जे 1 मॉलिक्यूल दी काइनेटिक एनर्जी लिखनी है तो मेरे को आ जाएगी इन टर्म ऑफ द बोल्ट्जमैन कांस्टेंट, ठीक है। आ रिलेशन मेरे को एसएच काइनेटिक एनर्जी एक मॉलिक्यूल दी ओदी एवरेज वैल्यू डिफाइन कर देगा। क्या इना क्लियर है? Yes, sir. Yes, Yes, sir. sir. जो कोई भी रिलेशन लेके आप ਇਹਦੀ काइनेटिक इंटरप्रिटेशन भी नालों नाल ही लिख सकते हैं बेटा। जे काइनेटिक इंटरप्रिटेशन लिखनी होवे इथों भाਵੇਂ कह दईए तावी ते बेशक इथों डिफाइन कर दईए, दोनों थावां ते इक्को ही चीज आ रही है कि भी c² डायरेक्टली प्रोपोर्शनल टू t हैगा। यानी गैस मॉलिक्यूल दी रूट मीन स्क्वायर वेलोसिटी ओदे एब्सोल्यूट टेंपरेचर दे डायरेक्ट प्रोपोर्शनल। क्लियर है नी गल?
यस सर। हो जाएगा Yes, sir. टॉपिक? कोई टॉपिक हो जू? Yes, sir. Yes, sir. Yes, sir. देखो इतने जाने बैठे यार, रिस्पॉन्ड वही 2-3 कर दे, बाकी सब गूंगे बन के रिंदा जिन्ना वाली मर्जी कह लो हैं। चलो नेक्स्ट टाइम इस तो बाद जेड़ा आना है इससे ना रिलेटेड टॉपिक बनना अपने को गैस लॉ पढ़े केमिस्ट्री। Yes, sir. यस सर। चलो नेक्स्ट टॉपिक अपना उससे ना Yes, रिलेट sir. होना बेटा। हुन अपने को नेक्स्ट टॉपिक जेड़ा आन लग्या वा वो हैगा ਤੁਹਾਡੇ को डेरिवेशन ऑफ गैस लॉस, derivation of gas laws from kinetic theory of gases। गैस लॉ ड्राइव करने हैं, ठीक है जी। स्टार्टिंग अपने को जेडी वो किनेटिक थ्योरी, ठीक है। ऐसे च जिन्ने डिफरेंट गैस लॉ ने अपने को केड़े-केड़े आ जाने, बॉयल्स लॉ आ जाएगा, चार्ल्स लॉ आ जाएगा, रेग्नॉल्ट लॉ आ जाएगा या गे-लुसाक्स लॉ आ जाएगा, फिर साडे कोल डाल्टन लॉ पार्शियल प्रेशर आ जाऊ, फिर एवोगैड्रो लॉ आ जाना, फिर ग्राहम्स लॉ ऑफ डिफ्यूजन आ जाना। क्या ये सारे लॉ पढ़े हुए तुसी? बेटे सारे लॉ Yes, sir. पढ़िया? Yes, sir. Yes, sir. वो बोल पिया करो। मेरी खुराक जेड़ी आ वो यही आ कि तुसी बोलो, रौला ना पावो बस, पर विच रिस्पॉन्ड जरूर करते रहो, ठीक है जी। मैनू पढ़ाना उदों ही खरा लगता। चलो अपने को गैस लॉ जिन्ने भी हैगे आ वो सारे दे सारे दी डेरिवेशन जेड़ी आ वो किनेटिक थ्योरी दे फार्मूले चों करनी है। मतलब जे ਆਪਾਂ फर्स्ट लॉ लेके चलिए है पुत दो लाइनां च लॉ बनते जाने आ, ठीक है। सिर्फ समझी चलियो बॉयल्स लॉ। जे बॉयल्स लॉ लेके चलिए, बॉयल्स लॉ की की स्टेटमेंट आंदी है अपने को, बोलो कोई है ना जेड़ा मर्जी। बॉयल्स लॉ सर अगर टेम्परेचर कांस्टेंट है तो वॉल्यूम इनवर्सली प्रोपोर्शनल होगा प्रेशर दे, है ना। यानी इस लॉ दे अकॉर्डिंगली ਆਪਾਂ ਕਹਿੰਦੇ ਜੀ एट कांस्टेंट टेम्परेचर मीन एक तरह आइसोथर्मल दी कंडीशन हो गई कि ਜਦੋਂ टेम्परेचर कांस्टेंट आ उस मोमेंट ते उस गैस दा प्रेशर ते वॉल्यूम एक दूजे दे रेसिप्रोकल वेरी करदे। ਆਪਾਂ इंडिकेटर डायग्राम बनाईਆਂ ਸੀ प्रेशर वॉल्यूम ਦੀਆਂ, ਉਹੀ ਇਹਦੇ ਅੰਦਰ ਸਟੈਂਡ ਵੀ ਕਰਦੀ ਹੈ। और इन्नी प्रेशर वॉल्यूम दी कर्व ਨੂੰ ਜਦੋਂ कांस्टेंट टेम्परेचर ते प्लॉट करदे आ ਇਹਨੂੰ ਅਸੀਂ ਇੱਕ ਨਾਮ ਵੀ ਦਿੰਨੇ ਆ, that's called as an isotherm। है चेता जो बोलदा पिया? यस सर। ਹੁਣ ਉਹਨੇ ਆਪਾਂ ਨੂੰ ਕਿਹਾ ਪੁੱਤ ਬॉयल्स लॉ ਡਰਾਈਵ ਕਰ ਦਿਓ, ਠੀਕ ਹੈ। ਯਾਨੀ ਤੁਸੀਂ P ਇਨਵਰਸਲੀ ਟੂ V ਦਾ ਰਿਲੇਸ਼ਨ ਸਟਾਰਟਿੰਗ ਫਰਮ ਕਿਨੈਟਿਕ ਥਿਉਰੀ ਤੇ ਆਪਾਂ ਇਸੇ ਗੱਲ ਨਾਲ ਗੱਲ ਸ਼ੁਰੂ ਕਰਾਂਗੇ। we know that according to kinetic theory of gases, ठीक है, प्रेशर दा फार्मूला साडे कोल आ गया 1/3 ऑफ rho c स्क्वायर। एक एक लाइन च रिलेशन अपना बनता जाना, ठीक है। 1/3 ऑफ m/v into c स्क्वायर, ठीक है। इधर आप p ते v नु रिलेट करना एक साइड कर लिए तो अपनी टर्म आ जाएगी p into v equal to 1/3 of mc स्क्वायर। ਤੇ ਆਪਾਂ ਹੁਣੀ ਕਿਨੈਟਿਕ ਇੰਟਰਪ੍ਰੀਟੇਸ਼ਨ ਵਾਲੇ ਟੌਪਿਕ ਚ ਕੀਤਾ ਵਾ c ਸਕੁਅਰ ਕਿਨੂੰ ਪ੍ਰੋਪੋਰਸ਼ਨਲ ਆ? रूट टी टेम्परेचर रूट टेम्परेचर डायरेक्टली टू t ਆ, ठीक है ना। c रूट t ਸੀਗਾ। सो इथों जे चलिए ते हियर 1/3 ते m आ मेरे कांस्टेंट्स ने, ठीक है। ते जे मैं कांस्टेंट ते इक्वालिटी नु तो ऐसे चुक ला, पिक्चर क्लियर है? यस सर। बोर्ड सारे नु क्लियर विजिबल है? Yes, sir. यस सर। अभिजीत तू अपनी माड़ी मोटी पुत लोकेशन पे चेंज करके देख बेटा, ठीक है। सो इक्वालिटी ते जे कांस्टेंट में तो जे चुक लिए ते प्रोपोर्शनैलिटी दा साइन आ जाएगा तो देयरफॉर अपने को आ जाना pv प्रोपोर्शनल टू c स्क्वायर, है ना। बट आपा डिफाइन किया कि भी किनेटिक इंटरप्रिटेशन दे अकॉर्डिंगली c स्क्वायर t दे प्रोपोर्शनल ते देयरफॉर साडे को आ गया pv प्रोपोर्शनल टू t,
ठीक है जी। ਤੇ ਜੇ PV proportional to T ਤੇ ਆਪਾਂ ਕਹਿੰਦੇ ਪਏ at constant temperature ਜੇ ਇਹੀ ਰਿਲੇਸ਼ਨ constant temperature ਤੇ ਚੱਲਦਾ ਪਿਆ ਤੇ ਇਹਦਾ ਮਤਲਬ PV ਦੀ ਪ੍ਰੋਡਕਟ ਜਿਹੜੀ ਹੋਏਗੀ ਉਹ constant ਆ ਜਾਏਗੀ ਬੇਟਾ। Yes. Yes, sir. PV equal to constant ਦਾ ਮਤਲਬ ਆ ਗਿਆ P equal to constant by V which implies P inversely to V। ठीक है। सो अपने को रिलेशन आ जाओ कि जदों अपना टेंपरेचर कांस्टेंट आ ते फिर उदों प्रेशर ते वॉल्यूम एक दूजे दे रेसिप्रोकल आ जाओगे। क्या ये लॉ क्लियर है? Yes. Yes, sir. Yes, sir. सेकंड लॉ अपने को जेड़ा बन जाना, सेकंड लॉ अपने को हैगा चार्ल्स लॉ। की हुंदा जी चार्ल्स लॉ? किहड़ियां दो टर्म नु लिंक करांगे? Volume to temperature. Volume directly proportional. ਇਹਦੇ ਨਾਲ ਸਿਰਫ ਟਰਮ ਰੀਅਰੇਂਜ ਕਰਨੀ ਆ ਆਪਾਂ ਵਾਪਸ ਉੱਪਰ ਵਾਲੇ ਚ ਤੇ ਇਸ ਰਿਲੇਸ਼ਨ ਨੂੰ ਟਰਾਈ ਕਰਨਾ ਤੇ ਅਕੋਰਡਿੰਗ ਟੂ kinetic theory of gases pressure ਦਾ ਫਾਰਮੂਲਾ P equal to 1/3 ਆਪਾਂ ਰੋ ਦੀ ਥਾਂ ਤੇ ਟਰਮ ਪਹਿਲੇ ਸਪਲਿਟ ਕਰਕੇ ਲਿਖ ਦਿਓ ਬੇਸ਼ੱਕ P equal to 1/3 m/v into c square ਪਰ ਅਸੀਂ ਡਿਰਾਈਵ ਇਹ ਕਰਨਾ ਕਿ ਵੀ ਵੋਲਿਊਮ ਤੇ ਟੈਂਪਰੇਚਰ ਡਾਇਰੈਕਟ ਆ ਇਸ ਲਈ ਵੋਲਿਊਮ ਵਾਲੀ ਟਰਮ ਇੱਥੇ ਐਡਜਸਟ ਕਰ ਦਿਓ ਤੇ ਮੁੜ ਕੇ ਬਾਕੀ ਟਰਮ ਕਾਂਸਟੈਂਟ ਬਣਾ ਲਾਂਗੇ। ठीक है जी। V का फॉर्मूला आ जाएगा 1/3 of m by p into c square और अपने अकॉर्डिंगली इस मोमेंट पे हियर 1/3 ठीक है जी मास ऑफ द गैस एंड प्रेशर ऑफ द गैस ये तो मेरी कांस्टेंट्स ने आटम अपने को कांस्टेंट आ जानी है तो देयरफॉर अपना रिलेशन आ गया p प्रोपोर्शनल टू c स्क्वायर और फिर ऊपर वाले वर्ड आ जाने कि c स्क्वायर डायरेक्टली टू t या इमल p अब वेरिएबल p बात है सॉरी p अभी आना ना v प्रोपोर्शनल टू c स्क्वायर बट c स्क्वायर प्रोपोर्शनल टू t which implies अपने को लेते कंडीशन आ जाएगी v प्रोपोर्शनल टू t ते ये अपने को ऐसा जब अपना चार्ल्स लॉ जेड़ा वा वो डिराइव हो जाएगा। क्लियर है? Yes, sir. Yes, sir. कि ਤੁਸੀਂ ਪ੍ਰੈਸ਼ਰ ਦੇ ਫਾਰਮੂਲੇ ਤੋਂ ਸ਼ੁਰੂ ਕਰਕੇ ਕੋਈ ਵੀ ਜਿਹੜੇ ਗੈਸ ਲਾਅ ਦੇ ਰਿਲੇਸ਼ਨ ਆ ਉਹ ਡਰਾਈਵ ਕਰਦੇ ਜਾਓ ਬੇਟਾ। ਤੇਜ਼ ਤਾਂ ਨਹੀਂ ਲੱਗ ਰਿਹਾ? ਸਪੀਡ ਤੇਜ਼ ਤਾਂ ਨਹੀਂ ਲੱਗਦੀ ਪਈ? No, sir. No, sir. No, sir. ਬਹੁਤ ਸੌਖੇ ਆ ਰਿਲੇਸ਼ਨ ਜਲਦੀ ਹੋਣ ਵਾਲੇ ਤਾਂ ਥੋੜਾ ਜਿਹਾ ਸਪੀਡ ਨਾਲ ਕਰਾਨਾ ਪਿਆ। ਸਮੇਂ ਲੱਗਦੇ ਪਏ ਸਾਰਿਆਂ ਨੂੰ? Yes. Yes, sir. Yes, sir. Yes, sir. ਜਿਹੜੇ ਗੂੰਗੇ ਬੱਚੇ ਨੇ ਉਹਨਾਂ ਨੂੰ ਸਮੇਂ ਲੱਗਦੇ ਪਏ? ਜਿਹੜੇ ਗੂੰਗੇ ਬੱਚੇ ਨੇ ਉਹਨਾਂ ਨੂੰ ਸਮੇਂ ਲੱਗਦੇ ਪਏ? ਹੁਣ ਮੈਂ ਨਾਮ ਬੋਲਾਂ ਕੁਝ ਇੱਕ ਨਿਆਣਿਆਂ ਦੇ ਜਿਹੜੇ ਵਿੱਚ ਬੋਲਦੇ ਨੇ ਕਿਸੇ ਗੱਲ ਤੇ ਵੀ। ਨਮਨ, ਰਜਤਵੀਰ ਸਿੰਘ ਵਾਲੀਆ, ਰਵਨੀਤ, रोजमेरी, सचलीन, समीर शर्मा, सुवेश शर्मा, क्या समय लग रहा? यस सर। Yes, sir. यस सर लग रहा। Yes, sir. क्या गूंगे भी बोल पैंदे आ कहंदे? चलो रवनीत समय लग रहा? Yes, sir. वेरी गुड। ਇਹਦੇ ਇੱਕ ਦੋ ਨਿਆਣੇ ਹੋਰ ਆਵਾਜ਼ ਸੁਣੀ। ਕ੍ਰਿਤਿਕਾ ਸਮੇਂ ਲੱਗ ਰਿਹਾ ਪੁੱਤ? Yes, sir. ਕਰਨ ਜੀ ਹੈਗੇ ਹੋ? Yes, sir. ਹਿਮਾਂਸ਼ੂ ਅੱਗੇ ਬੜਾ ਵਧੀਆ ਰਿਸਪੌਂਡ ਕਰਦਾ ਹੁੰਦਾ ਸੀ, ਤੇਰੀ ਆਵਾਜ਼ ਸੁਣ ਕੇ ਕੰਨ ਖੁਸ਼ ਹੋ ਜਾਂਦੇ ਹੁੰਦੇ ਸੀ ਆਪਣਾ। ਹੁਣ ਤੂੰ ਬੋਲਦਾ ਹੀ ਨਹੀਂ ਯਾਰ। ਇੰਦਰ ਸਮੇਂ ਲੱਗ ਰਿਹਾ? Yes, sir. ਹਿਮਾਂਸ਼ੂ चलो बाकियां दे नाम थोड़ी देर बाद लवांगे। ठीक है नेक्स्ट करिए। नेक्स्ट आ जाना अपने को थर्ड जेड़ा थर्ड अपने को हैगा बेटा ਉਹਨੂੰ ਐਸਐਚ ਆਪਾਂ ਰਿਗਨੌਲਟ ਲਾਅ ਕਹਿ ਦਈਏ ਜਾਂ ਉਹਨੂੰ ਗੇ-ਲੁਸੈਕਸ ਲਾਅ ਕਿਸੇ ਵੀ ਇੱਕ ਨਾਮ ਨਾਲ ਉਹਨੂੰ ਡਿਫਾਈਨ ਕਰ ਲਓ। ਰਿਗਨੌਲਟ ਲਾਅ ਆ ਜਾਏਗਾ और इट्स नेम्ड एज द ਇਹਨੂੰ ਅਸੀਂ ਡਿਫਾਈਨ ਕਰ ਦਿੰਦੇ ਗੇ-ਲੁਸੈਕਸ ਲਾਅ
की रिलेशन हैगा जी, दसेगा कोई है ना? वे रिग्नॉल्ट लॉ, सो प्रेशर ते टेंपरेचर डायरेक्टली प्रोपोर्शनल जिथे वॉल्यूम ते टेंपरेचर डायरेक्ट आ, प्रेशर नु कांस्टेंट रख के ओदी थां ते हुण कह दांगे प्रेशर ते टेंपरेचर दोनों एक दूजे ते डायरेक्ट आ ते एट कांस्टेंट वॉल्यूम, सेम रिलेशन आ, सिर्फ ऐसा च आ प्रेशर ते वॉल्यूम नु तुसी जेड़ा वापस इंटरचेंज कराना, वो कुछ नहीं होना, ठीक है। शुरू होते ही we know that according to kinetic theory of gases, एक और लाइन च कर जाएंगे, प्रेशर दा फार्मूला 1/3 m/v² आ गया, ठीक है। इथों अपने को ऐसा च 1/3 m/v कांस्टेंट आ, p प्रोपोर्शनल टू c², इथे बेशक लिख रहे हैं, ठीक है जी, p प्रोपोर्शनल टू c², बट c² प्रोपोर्शनल टू t, ते देयरफॉर अपने को आ गया p प्रोपोर्शनल टू t। क्लियर आ? यस Yes, सर। sir. Yes, sir. Yes. चल ये अपने को ऐसा च अपने को रेगनॉल्ट या कहता जी गिब्स लॉ आ जाता। फोर्थ लॉ हैगा, ਇਹਦੀ डेरिवेशन हैगी है ਤੁਹਾਡੇ ਕੋਲ, ਧਿਆਨ ਨਾਲ ਸਮਝ ਲਿਓ। फोर्थ लॉ हैगा बेटा अपने को एवोगैड्रो लॉ। कौन स्टेटमेंट एक्सप्लेन करेगा एवोगैड्रो लॉ की? दिलप्रीत, दीक्षा, दोनों जो कोई जाना भी। दिलप्रीत बोले पहलो। दिलप्रीत आवाज आ रही है बच्चे? Yes, sir. बोलो बुत आंधी स्टेटमेंट यदि पता? No, sir. चलो दीक्षा, No, sir. अभिजीत, की स्टेटमेंट होएगी पुत्र एवोगैड्रो लॉ दी? नहीं जी, चलो जिन्हों आंदी हो बोलो बेटा। आदित्य, अंकिता, अच्छा हम चलो सारे ओपनली पूछ रहे हैं, जिन्हों भी स्टेटमेंट आंदी एवोगैड्रो लॉ दी वो बोलो बेटा कोई है ना? सर जी इक्वल वॉल्यूम होगी तो आइडेंटिकल कंडीशंस पे विच सेम नंबर ऑफ मॉलिक्यूल्स होगा, सेम नंबर ऑफ मॉलिक्यूल्स। वो तो एवोगैड्रो लॉ दे अकॉर्डिंगली अपने को कंडीशन ये आ जाती है कि जे मेरे को दो या असि कहने जी, ठीक है बिल्कुल मनिंदर सही लिख रहे हैं बेटा, असि कह रहे कि इक्वल वॉल्यूम ऑफ ऑल गैसेस under identical condition of temperature and pressure always contains the same number of molecules। मतलब ये हो गया कि जे मेरे को दो डिफरेंट गैसेस दो डिफरेंट कंटेनर च मैं लेतियां वा जिन्हां दे वॉल्यूम है सेम रख ले, मतलब दोनों कंटेनर दा वॉल्यूम है 1 मीटर क्यूब रख लिया ईच दा, ठीक है। ते उन्हां दोनों गैसेस नू जे मैं सेम टेंपरेचर और सेम प्रेशर ते मेंटेन कीता होया वा ते दोनों गैसेस दे अंदर नंबर ऑफ मॉलिक्यूल जेडे ने वो भी आपस में इक्वल होंदे आ बेटा। क्या इन्नी गल समझ लगी बच्चे? जिन्हां को स्टेटमेंट नहीं आंदी सी क्या उन्हां दे गल समझ आई? Yes, sir. चलो Yes, sir. तो अपनी स्टेटमेंट ये बनदी है, इट स्टेट्स दैट, ऊपर वाली आप स्टेटमेंट नहीं लिखियां इजी सीगियां डायरेक्ट हो सकदियां, इहदी स्टेटमेंट नाल दे दियां। इट स्टेट्स दैट for equal volume of different gases, ठीक है, under identical condition of temperature and pressure, की बोले से आपा की होएगा इस कंडीशन के अंदर? Number of molecules will be equal. Number of molecules for those gases remain to be equal या सेम रह जाएंगे। Number of molecules remains
सेम ਇਹਦੇ ਲਿਖ ਦੋ ਬੇਸ਼ੱਕ ठीक है यानी जो हुण तुसीं प्रूव करना ਉਹਦੇ ਚ ਇਹ ਹੋਏਗਾ कि भी दो डिफरेंट कंटेनर्स लैके ਉਹਦੇ अंदर दो डिफरेंट गैसेस ले लीए ਉਹਨਾਂ ਦੇ नंबर ऑफ मॉलिक्यूल्स डिफरेंट ਆਪਾਂ ਅਸਿਊਮ ਕਰ ਲਈਏ ਤੇ ਅਸੀਂ ਇਕੁਅਲ ਕੰਡੀਸ਼ਨ ਉਹਦੀਆਂ ਜਿਹੜੀਆਂ ਟੈਂਪਰੇਚਰ ਵੋਲੀਅਮ ਤੇ ਪ੍ਰੈਸ਼ਰ ਦੇ ਉੱਤੇ ਅਪਲਾਈ ਕਰ ਦਈਏ ਤੇ ਅਸੀਂ ਕਹਿੰਨੇ ਇਸ ਕੰਡੀਸ਼ਨ ਦੇ ਅੰਦਰ ਉਹਨਾਂ ਚ ਨੰਬਰ ਆਫ ਮੋਲੀਕਿਊਲ ਜਿਹੜੇ ਆ ਉਹ ਸੇਮ ਆ ਜਾਊਗੇ ਗੱਲ ਸਮਝ ਆਈ ਬੱਚੇ यस Yes, sir. ਜੇ ਮੈਂ ਇਸ ਰਿਲੇਸ਼ਨ ਨੂੰ ਡਰਾਈਵ ਕਰਨਾ ਗੱਲ ਫਿਰ ਉੱਥੇ ਸ਼ੁਰੂ ਕਰਾਂਗਾ ਆਪਣੇ ਕੋਲ ਸਟਾਰਟਿੰਗ ਜਿਹੜਾ ਕਨਸੈਪਟ ਹੈ ਉਹ ਕਿਨੈਟਿਕ ਥਿਊਰੀ ਆਫ ਗੈਸਿਸ ਆ यानी शुरू इथों करो ते नंबर ऑफ मॉलिक्यूल इक्वल प्रूव कर दो सो ਇਹਦਾ स्टार्ट ਲਈਏ ਤਾਂ ਆਪਣੇ ਕੋਲ ਕੀ ਆ ਗਿਆ ਜਿਹੜਾ ਪ੍ਰੂਫ ਲੈ ਕੇ ਚਲੀਏ ਤੇ ਆਪਣੇ ਕੋਲ ਆ ਜਾਏਗਾ ਕਿ ਆਪਣੇ ਕੋਲ ਦੋ ਡਿਫਰੈਂਟ ਗੈसेस ਆ ਠੀਕ ਹੈ ਵੇਰੀਏਬਲ ਲਿਖ ਨਹੀਂ ਰਿਹਾ ਐਸਾ ਸਿੱਧੇ ਯੂਜ਼ ਕਰਨ ਲੱਗਿਆ ਦੋ ਡਿਫਰੈਂਟ ਗੈसेस ਆ ਉਹਨਾਂ ਦੇ ਅੰਦਰ ਅਸੀਂ ਆਇਡੈਂਟੀਕਲ ਕੰਡੀਸ਼ਨ ਟੈਂਪਰੇਚਰ ਦੀ ਪ੍ਰੈਸ਼ਰ ਦੀ ਅਪਲਾਈ ਕਰਨੀ ਆ ਕਿੱਥੋਂ ਕਰਾਂਗੇ ਵੀ ਨੋ ਦੈਟ according to kinetic theory of gases start फिर उठी होएगा pressure ਦਾ ਫਾਰਮੂਲਾ ਆਂਦਾ 1/3 of m/v into c square ठीक है ਇਹਨੂੰ ਦੋ ਡਿਫਰੈਂਟ ਗੈसेस ਲਈ ਤੁਸੀਂ ਡਿਫਾਈਨ ਕਰ ਦਿਓ ਠੀਕ ਹੈ ਤੇ ਜੇ ਇਹਨੂੰ ਡਿਫਰੈਂਟ ਗੈसेस ਲਈ ਡਿਫਾਈਨ ਕਰਾਂ ਤੇ ਆਪਣੇ ਕੋਲ ਆ ਜਾਏਗਾ for gas A ठीक है फर्स्ट गैस ਲਈ ਇਹਨੂੰ ਡਿਫਾਈਨ ਕਰ ਦੋ ਤੇ ਆਪਣੇ ਕੋਲ ਆ ਗਿਆ ਜੀ P1 equal to 1/3 of m1/v1 into c1 square ठीक है ਇਦਾਂ ਹੀ ਇਹਨੂੰ ਫॉर ਗੈਸ B ਡਿਫਾਈਨ ਕਰ ਲਓ ਤੇ ਆਪਣੇ ਕੋਲ P2 ਦਾ ਫਾਰਮੂਲਾ 1/3 m2/v2 into c2 square ਸਾਜਨ ਜੀ ਕਲੀਅਰ ਆ ਹਾਂਜੀ ਸਰ ਹੁਣ ਲਾਣੀਆਂ ਸ਼ੁਰੂ ਕਰੋ ਕੰਡੀਸ਼ਨ ਅਸੀਂ ਕਿਹਾ ਸੀ ਇਕੁਅਲ ਵੋਲੀਅਮ ਆ ਤੇ ਇਕੁਅਲ ਪ੍ਰੈਸ਼ਰ ਟੈਂਪਰੇਚਰ ਆ ਇਹ ਮਤਲਬ ਪਹਿਲੀ ਕੰਡੀਸ਼ਨ ਆ ਚੁੱਕ ਲੈਨੇ ਪ੍ਰੈਸ਼ਰ ਵਾਲੀ ਜੇ ਇਕੁਅਲ ਪ੍ਰੈਸ਼ਰ ਆ ਤੇ ਇਹਦਾ ਮਤਲਬ ਆ P1 P2 ਦੀ ਵੈਲਿਊ ਇਕੁਅਲ ਹੋਏਗੀ यस Yes, sir. Yes, sir. ਆਪਣੇ ਕੋਲ ਕੀ ਆ ਗਿਆ here P1 equal to P2 which implies value equate कर दो ठीक है m1 c1 square by v1 equal to 1/3 m2 c2 square by v2 ठीक है 1/3 कैंसिल हो जाना वॉल्यूम ਅਸੀਂ ਕਹੇ ਇਕੁਅਲ ਹੈਗੇ ਆ ਕਿਉਂਕਿ ਆਪਾਂ ਪਹਿਲੀ ਕੰਡੀਸ਼ਨ ਪ੍ਰੈਸ਼ਰ ਦੀ ਇਕੁਏਟ ਕਰਾਤਾ ਦੂਜੇ ਉੱਪਰ ਅਸੀਂ ਕਹਿ ਕੇ ਇਕੁਅਲ ਵੋਲੀਅਮ ਆ ਇਹਦਾ ਮਤਲਬ ਜੇ ਇਕੁਅਲ ਵੋਲੀਅਮ ਆ ਤੇ v1 v2 ਕੈਂਸਲ ਹੋ ਜੂ ਇਹਦੇ ਨਾਲ ਡਿਫਾਈਨ ਕਰ ਦੋ ਬਿਕੋਜ਼ v1 equal to v2 ਆ ਕੰਡੀਸ਼ਨ ਮੇਰੀ ਕੁਐਸਚਨ ਦੇ ਕੇ ਬਣਾ ਕਲੀਅਰ ਹੈ ਨਿਕਲ यस Sir. यस यस therefore अपने को रिलेशन आ गया m1 c1 square equal to m2 c2 square क्या आ इक्वेशन क्लियर है सारे नो यस Yes, sir. केड़ी इक्वेशन अपने को केड़ी कंडीशन जेडी रह गई है जे लगन वाली टेंपरेचर टेंपरेचर है ना तो वो तो टेंपरेचर वास्ते सी कांसेप्ट ये कह सकते हैं कि भी ਜਦੋਂ ਮੇਰੇ ਕੋਲ ਦੋ ਡਿਫਰੈਂਟ ਗੈसेस ਜਿਹੜੀਆਂ ਨੇ ਅਸੀਂ ਉਹਨੂੰ ਸੇਮ ਟੈਂਪਰੇਚਰ ਤੇ ਰੱਖਾਂਗੇ ਤੇ देयर kinetic energy for each molecule remain to be same ਜੇ ਮੇਰੇ ਕੋਲ ਦੋ ਡਿਫਰੈਂਟ ਗੈसेस ਨੇ ਔਰ ਉਹਦੇ ਅੰਦਰ ਕੰਡੀਸ਼ਨ ਇਹ ਹੈਗੀ ਆ ਕਿ ਉਹਨਾਂ ਦੇ ਟੈਂਪਰੇਚਰ ਸੇਮ ਆ ਤੇ ਉਹ ਸੇਮ ਟੈਂਪਰੇਚਰ ਤੇ ਉਹਨਾਂ ਗੈਸ ਮੋਲੀਕਿਊਲ ਦੀ kinetic energy ਜਿਹੜੀ ਉਹ ਵੀ ਆਪਸ ਵਿੱਚ ਇਕੁਅਲ ਹੁੰਦੀ ਆ ਕੀ ਆ ਗੱਲ ਸਮਝ ਲੱਗੀ ਜੋ ਬੋਲੀ ਮੈਂ यस Yes. Yes, अपनी कंडीशन ये होएगी as the temperature remains same as temperature remains same therefore average kinetic energy per molecule of gas A and B remains the same ਕੀ kinetic energy ਦਾ ਫਾਰਮੂਲਾ ਸੀਗਾ ਜੀ ਆਪਣੇ ਕੋਲ हाफ mc स्क्वायर हाफ mc स्क्वायर ਇਸ ਵੇਲੇ ਆ ਜਾਏਗਾ ਹਾਫ m1 c1 स्क्वायर ਆਪਾਂ ਈਚ ਮੋਲੀਕਿਊਲ ਲਈ ਡਿਫਾਈਨ ਕਰਦੇ ਪਏ ਧਿਆਨ ਰੱਖ ਕੇ ਚੱਲਿਓ ਬੇਟਾ ਹਾਫ m1 c1 स्क्वायर ਇਕੁਅਲ ਟੂ ਹਾਫ m2 c2 स्क्वायर ਹਾਫ ਆਫ ਤੇ ਕੈਨਸਲ ਹੋ ਗਿਆ ਇਹ ਮਤਲਬ ਆਪਣੇ ਕੋ ਟਰਮ ਜੋ ਰਹਿ ਗਈ ਉਹ ਆ ਗਈ m1 c1 square equal to m2 c2 square ਇਹਨੂੰ ਇਕੁਏਸ਼ਨ ਨੰਬਰ 2 ਦੇ ਦਿਓ ਇੱਥੇ ਆਪਣੇ ਕੋਲ ਪੂਰੇ ਐਸਐਚ ਕਹਿੰਦਾ ਜੀ ਗਿਵਨ ਮਾਸ ਵਾਸਤੇ ਡਿਫਾਈਨਡ ਆ ਇੱਥੇ ਮੇਰੇ ਕੋਲ ਐਸਐਚ ਰਿਲੇਸ਼ਨ ਇੱਕ ਮੋਲੀਕਿਊਲ ਲਈ ਡਿਫਾਈਨਡ ਆ
जे मैं इक्वेशन 1 नु इक्वेशन 2 ना डिवाइड कर लवा तो मेरे को की आएगा डिवाइड 1/2 m1 c1 स्क्वायर ओवर m1 c1 स्क्वायर इक्वल टू m2 c2 स्क्वायर ओवर m2 c2 स्क्वायर c2 स्क्वायर ते c1 स्क्वायर कैंसिल हो जाओ यस सर Yes, sir. की करना मेरे को मॉलिक्यूलर मास मेरे को गिवन मास है ना आप हाँ रिदम बोल रिदम नहीं सर गलती नाल हो गया ओके बच्चे मेरे को गिवन गैस दा मास है बेटा है ना जिहदे विच असीं मान लेने मेरे को n1 मॉलिक्यूल जे मैं मॉलिक्यूलर मास लवांगा ते एवोगैड्रो नंबर आ जाना क्योंकि मॉलिक्यूलर मास दे विच जिहड़े अपने को नंबर ऑफ मॉलिक्यूल्स वो एवोगैड्रो नंबर दे बराबर आ ਆਪਾਂ गिवन गैस का कुछ भी मास लैके जे डिफाइन करिए ते इस गिवन मास दे अंदर मेरे को n1 मॉलिक्यूल्स आ इस गिवन मास दे अंदर मेरे को n2 मॉलिक्यूल है यानी इस इक्वेशन नु जे मैं लिखना होवे ते बेटे ਆਪਾਂ इस इक्वेशन नु इस वे नाल लिख दिन्ने इधर करिया इनु ਆਪਾਂ SH m1 n1 ओवर m1 और दूसरे पासे लिख के चलिए तेनु आ जाएगा m2 n2 ओवर m2 इना आ जाऊगा Yes, sir. यस सर इधरों फिर मेरे को m1 ते इधरों मेरे को m1 कैंसिल हो जाए ते इदा मतलब अपना रिलेशन आ गया n1 इक्वल टू n2 n1 ते n2 की है मेरे जी नंबर ऑफ मोल्स ऑफ टू गैसेस नंबर ऑफ मॉलिक्यूल्स ऑफ द टू गैसेस है ना ਇਹਦਾ ਮਤਲਬ ਜਦੋਂ ਆਪਾਂ ਇਤੋਂ ਲਿੱਤੀ ਸੀ ਕੰਡੀਸ਼ਨ ਆਪਾਂ ਇਹ ਸੀ ਜੇ ਦੋ ਡਿਫਰੈਂਟ ਗੈसेस ਦਾ ਸੇਮ ਵੋਲਿਊਮ ਆ ਉਹਨੂੰ ਸੇਮ ਟੈਂਪਰੇਚਰ ਔਰ ਸੇਮ ਪ੍ਰੈਸ਼ਰ ਤੇ ਰੱਖਿਆ ਹੋਇਆ ਤੇ ਕੰਟੇਨਰ ਦੋਨਾਂ ਦੇ ਅੰਦਰ ਜਿਹੜੇ ਨੰਬਰ ਆਫ ਮੋਲੀਕਿਊਲਸ ਆ ਉਹਦੀ ਗਿਣਤੀ ਵੀ ਬਰਾਬਰ ਹੈ ਨਾ ਔਰ ਉਹੀ ਮੇਰੇ ਕੋਲ ਐਸਐਚ ਪ੍ਰੂਵ ਹੋ ਜੂ ਪ੍ਰੂਵ ਕਰਨੇ ਕੀਤਾ ਕੀ ਆ ਦੁਬਾਰਾ ਇੱਕ ਵਾਰ ਜਲਦੀ ਰਿਪੀਟ ਕਰ ਰਿਹਾ ਪਹਿਲੀ ਕੰਡੀਸ਼ਨ ਪ੍ਰੈਸ਼ਰ ਤੇ ਲਾ ਦਿਓ ਆਪਾਂ ਕਿਨੈਟਿਕ ਥਿਊਰੀ ਪ੍ਰੈਸ਼ਰ ਵਾਸਤੇ ਡਿਫਾਈਨ ਕੀਤੀ ਆ ਉਹਦੇ ਤੋਂ ਪ੍ਰੈਸ਼ਰ ਦੋਨਾਂ ਗੈसेस ਦੇ ਅਸੀਂ ਡਿਫਾਈਨ ਕਰ ਦਿੱਤੇ तो ਅਸੀਂ ਕਿਹਾ ਜੀ ਦੋਨਾਂ ਗੈसेस ਨੂੰ ਸੇਮ ਪ੍ਰੈਸ਼ਰ ਤੇ ਰੱਖਿਆ ਹੋਇਆ ਇਸ ਲਈ ਪ੍ਰੈਸ਼ਰ ਇਕੁਏਟ ਕਰ ਦਿਓ ਪ੍ਰੈਸ਼ਰ ਇਕੁਏਟ ਕਰਦੇ ਕਰਦੇ ਉਹ ਚ ਵੋਲਿਊਮ ਦੀ ਕੰਡੀਸ਼ਨ ਵੀ ਲੱਗ ਗਈ ਉਸ ਤੋਂ ਬਾਅਦ ਜਾ ਕੇ ਇੱਥੇ ਅਗਲਾ ਸਟੈਪ ਭੁੱਲਦਾ ਹੁੰਦਾ ਵਾ ਇਹ ਦਿਮਾਗ 'ਚ ਰੱਖ ਲਿਓ ਕਿ ਅਸੀਂ ਐਸਾ ਚ ਪ੍ਰੈਸ਼ਰ ਤੇ ਵੋਲਿਊਮ ਦੀ ਕੰਡੀਸ਼ਨ ਜਦੋਂ ਲਾ ਦਿੰਨੇ ਟੈਂਪਰੇਚਰ ਦੀ ਕੰਡੀਸ਼ਨ ਹਮੇਸ਼ਾ ਕਿਨੈਟਿਕ એનર્ਜੀ ਦੀ ਫਾਰਮ 'ਚ ਲੱਗਣੀ ਹੈ ਇਸ ਲਈ ਟੈਂਪਰੇਚਰ ਦੀ ਕੰਡੀਸ਼ਨ ਜਿਹੜੀ ਉਸੇ ਕਿਨੈਟਿਕ એનર્ਜੀ ਦੀ ਫਾਰਮ 'ਚ ਆ ਕਹਿ ਕੇ ਲਾਤੀ ਕਿ ਜੇ ਟੈਂਪਰੇਚਰ ਸੇਮ ਆ ਤੇ ਕਿਨੈਟਿਕ એનર્ਜੀ ਹਰ ਮੋਲੀਕਿਊਲ ਦੀ ਆਪਸ ਵਿੱਚ ਇਕੁਅਲ ਆ ਇਸ ਲਈ ਉਹਨਾਂ ਦੀ ਕਿਨੈਟਿਕ એનર્ਜੀ ਜਿਹੜੀ ਉਹ ਆਪਸ ਵਿੱਚ ਆਪਾਂ ਇਕੁਏਟ ਕਰ ਸਕਦੇ ਕਿਆ ਥਰਡ ਕੰਡੀਸ਼ਨ ਕਲੀਅਰ ਆ यस सर ਸੋ ਫਿਰ ਥਰਡ ਇਕੁਏਸ਼ਨ ਲਗਾ ਲਓ ਆਪਣੇ ਕੋਲ ਇਧਰ ਜਿਹੜਾ ਰਿਲੇਸ਼ਨ ਆਇਆ ਇਹਨਾਂ ਨੂੰ ਆਪਸ ਵਿੱਚ ਕੋਰਿਲੇਟ ਕਰਨ ਵਾਸਤੇ ਨੰਬਰ ਆਫ ਮੋਲੀਕਿਊਲਸ ਨਾਲ ਜੁੜ ਜਾਣੇ ਬੇਟਾ ਹੋ ਜਾਏਗਾ Yes, sir. Yes, sir. Yes, sir. क्या ये रिलेशंस क्लियर है सारे चारों जेडे ਆਪਾਂ ਕੀਤੇ ਆ